ਇਹ ਕੋਰਸ ਜਿਹੜੇ ਮਹਿੰਦਰਾ ਕਾਲਜ ਦੇ ਵਿੱਚ ਮੈਨੂੰ ਲੱਗਦਾ 14-15 ਤੋਂ ਸਟਾਰਟ ਹੋਏ ਸੀਗੇ ਤੇ 18-19 ਦੇ ਵਿੱਚ ਜਿਹੜਾ ਹੈ ਲਾਸਟ ਬੈਚ ਮਤਲਬ ਦਾ ਦਾਖਲਾ ਹੋਇਆ ਸੀਗਾ। ਉਸ ਤੋਂ ਬਾਅਦ ਕੋਈ ਵੀ ਐਡਮਿਸ਼ਨ ਨਹੀਂ ਕੀਤੀ ਗਈ ਕਿਉਂਕਿ ਕੁਝ ਰਿਕੁਆਇਰਮੈਂਟ ਸੀਗੀਆਂ ਡਿਪਾਰਟਮੈਂਟਲ ਲੈਵਲ ਦੀਆਂ, ਉਹ ਕੋਈ ਲੋਕਲ ਅਥਾਰਟੀਜ਼ ਉਹਨਾਂ ਨੂੰ ਮਤਲਬ ਕੰਪਲੀਟ ਨਹੀਂ ਸੀ ਕਰ ਸਕਦੀ। ਕੁਝ ਜ਼ਮੀਨ ਦੀ ਰਿਕੁਆਇਰਮੈਂਟ ਹੈ 35-40 ਏਕੜ ਦੀ, ਕਿਉਂਕਿ ਉਸ ਤਰ੍ਹਾਂ ਦੇ ਰਿਸੋਰਸਿਸ ਕਾਲਜ ਦੇ ਕੋਲ ਨਹੀਂ ਹੈਗੇ। ਤਾਂ ਮੈਨੂੰ ਲੱਗਦਾ ਇਸ ਚੀਜ਼ ਦਾ ਜਿਹੜਾ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਉਸ ਕਰਕੇ ਜਿਹੜਾ ਹੈ ਕੋਰਸ ਇਹਨੂੰ ਲੇ ਆਫ ਕਰਨਾ ਪਿਆ। ਅਤੇ ਉਸ ਤੋਂ ਬਾਅਦ ਜਿਹੜੇ ਨੇ ਇਹਦੇ ਨਾਲ ਹੋਰ ਵੀ ਕਈ ਕਾਲਜਸ ਨੇ ਜਿਹੜੇ 4-5 ਕਾਲਜ ਦੇ ਵਿੱਚ ਇਹ ਬੰਦ ਹੋਏ ਨੇ ਇਸੇ ਚੀਜ਼ ਦੀ ਜਿਹੜੀ ਰਿਕੁਆਇਰਮੈਂਟ ਕਰਕੇ। ਕੋਈ ਐਕਟ ਬਣਿਆ ਸੀਗਾ, ਕੋਈ ਐਕਟ ਦੇ ਅਕੋਰਡਿੰਗਲੀ ਜਿਹੜਾ ਹੈ ਇਹ ਸਾਨੂੰ ਫਿਰ ਇਸ ਤਰੀਕੇ ਦੇ ਨਾਲ ਇਹ ਕੋਰਸ ਦੀ ਜਿਹੜੀ ਐਡਮਿਸ਼ਨ ਜਿਹੜੀ ਹੈ ਉਹ ਬੰਦ ਹੋ ਗਈ ਸੀਗੀ। ਸਰ ਹੁਣ ਜਿਹੜੇ ਟੀਚਰਸ ਵਗੈਰਾ ਸੀਗੇ ਕਿੰਨੇ ਡਿਪਾਰਟਮੈਂਟ ਦੇ ਨਾਲ ਬਿਲੋਂਗ ਕਰਦੇ ਸੀ ਉਹਨਾਂ ਦਾ ਅੱਗੇ ਕੀ? ਬਹੁਤ ਸਾਰੇ ਟੀਚਰਸ ਤਾਂ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਇਹ ਕੋਰਸ ਜਿਹੜਾ ਹੈ ਖਤਮ ਹੋ ਰਿਹਾ, ਕਿਉਂਕਿ 3-4 ਸਾਲ ਦਾ ਟਾਈਮ ਉਹਨਾਂ ਨੂੰ ਮਿਲ ਗਿਆ ਸੀਗਾ। ਕਾਫੀ ਟੀਚਰ ਸੈਲਫ ਫਾਈਨਾਂਸ ਦਾ ਕੋਰਸ ਸੀਗਾ, ਕਿਉਂਕਿ ਸੈਲਫ ਫਾਈਨਾਂਸ ਦੇ ਵਿੱਚ ਇਹੀ ਹੁੰਦਾ ਹੈ ਕਿ ਗਵਰਨਮੈਂਟ ਦੀਆਂ ਜਿਹੜੀਆਂ ਸੈਂਕਸ਼ਨਡ ਪੋਸਟਾਂ ਤਾਂ ਨਹੀਂ ਹੁੰਦੀਆਂ, ਇਹ ਐਜ਼ ਪਰ ਰਿਕੁਆਇਰਮੈਂਟ ਹੀ ਅਸੀਂ ਜਿਹੜਾ ਟੀਚਰ ਰੱਖਦੇ ਹਾਂ, ਕਿਉਂਕਿ ਯੂਨੀਵਰਸਿਟੀ ਦੇ ਹਿਸਾਬ ਨਾਲ ਟੈਂਪਰੇਰੀ ਹੁੰਦਾ। ਜਿੰਨੀ ਦੇਰ ਕੋਰਸ ਚੱਲੇਗਾ ਉਹਦੇ ਨਾਲ ਹੀ ਟੀਚਰ ਚੱਲਣਗੇ। ਜੇ ਕੋਰਸ ਲੇ ਆਫ ਹੁੰਦਾ ਤਾਂ ਟੀਚਰ ਆਟੋਮੈਟਿਕਲੀ ਲੇ ਆਫ ਹੋ ਜਾਂਦਾ ਉਹਦੇ ਨਾਲ। ਸਰ ਪ੍ਰਾਈਵੇਟ ਕਾਲਜ ਚੱਲ ਰਹੇ ਜੀ ਇਹ? ਪ੍ਰਾਈਵੇਟ ਕਾਲਜਿਸ ਦਾ ਕੋਈ ਡਾਟਾ ਤਾਂ ਮੇਰੇ ਕੋਲ ਐਜ਼ ਇਟ ਇਜ਼ ਨਹੀਂ ਹੈਗਾ, ਬਟ ਕਈ ਕਾਲਜ ਕਾਫੀ ਕਾਲਜ ਦੇ ਕੋਲ ਪਹਿਲਾਂ ਤੋਂ ਹੀ ਚੱਲ ਰਿਹਾ ਹੈਗਾ। ਐਗਜ਼ੈਕਟ ਸਿਚੁਏਸ਼ਨ ਇਸ ਟਾਈਮ ਨਹੀਂ ਮੈਨੂੰ ਪਤਾ ਹੈਗਾ ਵੀ ਉਸ ਤਰ੍ਹਾਂ ਉੱਥੇ ਕਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ, ਉਹਦੀ ਇਨਫੋਰਮੇਸ਼ਨ ਮੇਰੇ ਕੋਲ ਨਹੀਂ ਹੈਗੀ। ਅਸੀਂ ਤਾਂ ਇਹੀ ਚੀਜ਼ ਕਹਿਣਾ ਚਾਹਾਂਗੇ, ਕਿਉਂਕਿ ਅਸੀਂ ਜੇ ਕੋਰਸ ਅਸੀਂ ਚਲਾਇਆ ਸੀਗਾ ਅਤੇ ਅਸੀਂ ਚਲਾਉਣ ਵਾਸਤੇ ਸ਼ੁਰੂ ਕੀਤਾ ਸੀਗਾ ਇਹ, ਪਰ ਹੁਣ ਜਿਹੜੀਆਂ ਰਿਕੁਆਇਰਮੈਂਟਸ ਨੇ ਜਾਂ ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ, ਕੋਈ ਵਰਕਸ਼ਾਪਸ ਹੋਣੀਆਂ ਚਾਹੀਦੀਆਂ ਨੇ, ਕੁਛ ਸਾਡੇ ਕੋਲ ਲੈਂਡ ਹੋਣਾ ਚਾਹੀਦਾ ਜਿਹਦੇ 'ਚ ਬੱਚਿਆਂ ਨੂੰ ਕੋਈ ਸੀਡ ਟੈਕਨੋਲੋਜੀ ਵਗੈਰਾ ਜਾਂ ਉਸ ਤਰ੍ਹਾਂ ਦੇ ਜਿਹੜੀਆਂ ਰਿਲੇਟਡ ਚੀਜ਼ਾਂ ਸਿਖਾਈਆਂ ਜਾ ਸਕਣ। ਅਤੇ ਅਸੀਂ ਤਾਂ ਹੁਣ ਵੀ ਚਾਹਾਂਗੇ ਵੀ ਜੇ ਸਾਨੂੰ ਕਿਸੇ ਚੀਜ਼ ਦੀ ਜੇ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ ਤਾਂ ਅਸੀਂ ਇਹਨੂੰ ਮੁੜ ਵਿਚਾਰਿਆ ਜਾ ਸਕਦਾ। ਸਰ ਇਹਦੇ ਵਿੱਚ ਇਹ ਹੈ ਕਿ ਜਿਸ ਟਾਈਮ ਦੇਖੋ PAU ਆਈ ਸੀ 1962-63 ਦੇ ਵਿੱਚ ਵਰਕਿੰਗ ਕੰਡੀਸ਼ਨਸ, ਉਸ ਟਾਈਮ ਪੰਜਾਬ ਦੀ ਜਿਹੜੀ ਆਬਾਦੀ ਸੀ ਉਹ ਵੀ 1.25 ਕਰੋੜ ਸੀਗੀ, ਹੈ ਨਾ। ਐਟ ਪ੍ਰੈਜ਼ੈਂਟ ਜਿਹੜੀ ਪੰਜਾਬ ਦੀ ਆਬਾਦੀ ਆ ਉਹ 3.25 ਕਰੋੜ ਹੋ ਚੁੱਕੀ ਹੈ, ਹੈ ਨਾ। ਐਗਰੀਕਲਚਰ ਬੇਸਡ ਆਪਣੀ ਜਿਹੜੀ ਸਟੇਟ ਹੈਗੀ ਹੈ ਇਹਨੂੰ ਸਪੋਰਟ ਕਰਨ ਲਈ PAU ਇਕੱਲੀ ਕਾਫੀ ਨਹੀਂ ਹੈ। ਦੂਸਰੀ ਗੱਲ, ਜਿਹੜੇ 5 ਸਰਕਾਰੀ ਕਾਲਜ ਨੇ ਜਿੱਥੇ ਆਲਰੇਡੀ BSc ਐਗਰੀਕਲਚਰ ਆਨਰਸ ਚੱਲ ਰਹੀ ਸੀ, ਇਹ ਮਿਨੀਮਮ 1000 ਬੱਚਾ ਹਰ ਸਾਲ ਐਗਰੀਕਲਚਰ ਦਾ ਕਹਿ ਲਓ ਪਾਸ ਆਊਟ ਇਹਨਾਂ 'ਚੋਂ ਕਰਦਾ ਸੀਗਾ। ਅਤੇ ਇਹ ਬੱਚੇ ਸਾਡੇ ADO AF ਜਗ੍ਹਾ 'ਤੇ ਹਾਈਲੀ ਐਗਰੀਕਲਚਰ ਵਾਲੀਆਂ ਪੋਸਟਾਂ 'ਤੇ, ਕੁਝ ਬੱਚੇ ਆਪਣੇ ਗ੍ਰੀਨ ਹਾਊਸਿਸ, ਮਸ਼ਰੂਮ ਕਲਟੀਵੇਸ਼ਨ ਵਰਗੇ ਜਿਹੜੇ ਪ੍ਰੋਗਰੈਸਿਵ ਫਾਰਮਿੰਗ ਜਾਂ ਅਲਾਈਡ ਐਂਟਰਪ੍ਰਾਈਜ਼ਿਸ ਨੇ ਉਹ ਖੁਦ ਦਾ ਕੰਮ ਕਰ ਰਹੇ ਨੇ। ਇਹ ਸਕਸੈਸਫੁਲ ਕੋਰਸਿਸ ਰਨ ਹੋ ਰਹੇ ਸੀਗੇ। ਫਿਰ ਕੀ ਹੋਇਆ, ਫਿਰ ICR ਨੇ ਕੰਡੀਸ਼ਨ ਲਗਾਤੀ ਕਿ ਇਹਨਾਂ ਕਾਲਜਿਸ ਕੋਲ ਲੈਂਡ ਨਹੀਂ ਹੈਗੀ ਅਤੇ ਇਸ ਕਰਕੇ ਕਾਲਜ ਜਿਹੜੇ ਹੈਗੇ ਨੇ ਉਹ ਚਲਾ ਨਹੀਂ ਸਕਦੇ ਕੋਰਸਿਸ, ਹੈ ਨਾ। ਪਰ ਉਸ ਤੋਂ ਬਾਅਦ ਫਿਰ ਪੰਜਾਬ ਦੀ ਇੱਕ ਆਪਣੀ ਕਮੇਟੀ ਬਣੀ, ਪੰਜਾਬ ਸਟੇਟ ਕੌਂਸਲ ਆਫ ਐਗਰੀਕਲਚਰ, ਠੀਕ ਹੈ। ਉਹਨਾਂ ਨੇ ਵੀ ICR ਦੀਆਂ ਨੋਰਮਸ ਐਂਡ ਕੰਡੀਸ਼ਨਸ ਹੀ ਲਾਈਆਂ ਜਿਹਦੇ ਵਿੱਚ ਲਿਖਿਆ ਸੀ 40 ਕਿੱਲੇ ਜ਼ਮੀਨ। ਫਿਰ 2000 ਨਵੰਬਰ 20 ਦੇ ਵਿੱਚ ਇਹਨਾਂ ਨੇ ਕੀ ਕੀਤਾ, ਐਂਟਰੀ ਪੁਆਇੰਟ ਬੰਦ ਕਰਤਾ ਸਾਰੇ ਪੰਜਾਬ ਦੇ ਕਾਲਜਿਸ ਦਾ, ਕਿਉਂਕਿ ਟਰਮਸ ਐਂਡ ਕੰਡੀਸ਼ਨਸ ਪਿਛਲੇ 3 ਸਾਲਾਂ ਤੋਂ ਬਾਰ-ਬਾਰ ਕਹਿ ਰਹੇ ਸੀ ਵੀ ਆਹ ਟਰਮਸ ਐਂਡ ਕੰਡੀਸ਼ਨਸ ਪੂਰੀਆਂ ਕਰੋ, ਜ਼ਮੀਨ ਲਓ 40 ਕਿੱਲੇ, ਹੈ ਨਾ। ਫਿਰ ਇਹਨਾਂ ਨੇ 2020 ਦੇ ਵਿੱਚ ਨਵੰਬਰ 'ਚ ਇੱਕ DPI ਨਾਲ ਮੀਟਿੰਗ ਹੋਈ ਸੀ, ਪ੍ਰਿੰਸੀਪਲ ਕਾਲਜਿਸ ਦੇ ਪ੍ਰਿੰਸੀਪਲ ਅਤੇ ਹੈੱਡ ਆਫ ਦਾ ਡਿਪਾਰਟਮੈਂਟਸ। ਉਹਨਾਂ ਨੇ ਉੱਥੇ ਜਾ ਕੇ ਜਸਟੀਫਾਈ ਕੀਤਾ ਸੀ DPI ਦੇ ਨਾਲ ਕਿ ਜਿਹੜੇ BSc ਲਈ ਐਗਰੀਕਲਚਰ ਲਈ ਗ੍ਰੈਜੂਏਸ਼ਨ ਦੇ ਕੋਰਸਿਸ ਲਈ 40 ਕਿੱਲੇ ਜ਼ਮੀਨ ਐਜ਼ ਪਰ ਸਿਲੇਬਸ ਦੇ ਵਿੱਚ ਕਿਤੇ ਵੀ ਰਿਕੁਆਇਰਡ ਜਾਂ ਜਸਟੀਫਾਈਏਬਲ ਨਹੀਂ ਹੈਗੀ, ਕਿਉਂਕਿ ਇਹ ਕਿਹੜਾ ਮਾਸਟਰਸ ਦੀ ਡਿਗਰੀ ਹੈ, ਇਹਦੇ ਵਿੱਚ ਕਿਤੇ ਰਿਸਰਚ ਨਹੀਂ ਹੈਗੀ ਗ੍ਰੈਜੂਏਸ਼ਨ ਦੇ ਵਿੱਚ, ਹੈ ਨਾ। ਔਰ ਉਸ ਕਰੀਕੂਲਮ ਦੇ ਅਕੋਰਡਿੰਗ ਇੰਨੀ ਜ਼ਮੀਨ ਦੀ ਲੋੜ ਨਹੀਂ ਹੈਗੀ। ਦੂਸਰੀ ਗੱਲ, ਜਿਹੜੇ ਸਰਕਾਰੀ ਕਾਲਜਿਸ ਨੇ ਇਹਨਾਂ ਦਾ ਪ੍ਰੋਗਰੈਸਿਵ ਫਾਰਮਰਸ ਜਿਹੜੇ ICR ਦੇ ਮੈਂਬਰ ਨੇ ਆਲਰੇਡੀ, ਠੀਕ ਹੈ, ਉਹਨਾਂ ਦੀ ਖੁਦ 40-50 ਕਿੱਲੇ ਜ਼ਮੀਨ ਹੈ, ਉਹ ਕਾਫੀ ਐਗਰੀਕਲਚਰ ਦੀ ਲਾਈਟ ਜਿਹੜੇ ਐਂਟਰਪ੍ਰਾਈਜ਼ਿਸ ਨੇ ਸਕਸੈਸਫੁਲੀ ਕਰ ਰਹੇ ਨੇ, ਜਿਵੇਂ ਫਿਸ਼ਰੀਜ਼, ਵਰਮੀ ਕੰਪੋਸਟਿੰਗ ਹੋ ਗਿਆ, ਫਲੋਰੀਕਲਚਰ ਹੋ ਗਿਆ, ਠੀਕ ਹੈ, ਗ੍ਰੀਨ ਹਾਊਸਿਸ ਦੇ। ਤਾਂ ਉਹ ਸਾਨੂੰ ਟਾਈਮ ਟੂ ਟਾਈਮ ਸਾਡੇ ਬੱਚੇ 6 ਮੰਥਸ ਦੇ ਵਿੱਚ ਪ੍ਰੈਕਟੀਕਲਸ ਦੇ ਦੌਰਾਨ ਉੱਥੇ ਜਾਂਦੇ ਰਹੇ ਨੇ, ਉੱਥੋਂ ਟ੍ਰੇਨਿੰਗ ਲੈਂਦੇ ਰਹੇ ਨੇ। ਬਾਕਾਇਦਾ ਸਾਡੇ ਬੱਚਿਆਂ ਕੋਲ ਸਰਟੀਫਿਕੇਟਸ ਨੇ ਉਹਨਾਂ ਵੱਲੋਂ ਪ੍ਰੋਵਾਈਡ ਕੀਤੇ ਹੋਏ ਟ੍ਰੇਨਿੰਗ ਦੇ, ਅਤੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਦਾ ਸਰਟੀਫਿਕੇਟ ਹੈ ਆਲ ਓਵਰ ਦਾ ਵਰਲਡ ਐਜ਼ ਐਕਸਪੀਰੀਅੰਸ ਉਹ ਚੱਲਦਾ, ਠੀਕ ਹੈ, ਕਿਉਂਕਿ ਉਹ ਪ੍ਰੋਗਰੈਸਿਵ ਫਾਰਮਰ ਨੇ। ਅਤੇ ਇਸ ਲਈ ਹੁਣ ਇਹ ਗੱਲ ਹੈ ਕਿ ਅਸੀਂ ਤਾਂ ਗਵਰਨਮੈਂਟ ਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਇਹਨਾਂ ਚੱਲ ਰਹੀ ਜਿਹੜੇ ਕੋਰਸਿਸ ਨੇ ਇਹਨਾਂ ਨੂੰ ਦੁਬਾਰਾ BSc ਐਗਰੀਕਲਚਰ ਆਨਰਸ ਨੂੰ ਚਲਾਇਆ ਜਾਵੇ। ਇੱਕ ਗੱਲ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਦੇ ਵਿੱਚ ਸਟਾਫ ਹੈ ਉਹ ਪਿਛਲੇ 8 ਤੋਂ 10 ਸਾਲਾਂ ਤੋਂ ਕੰਮ ਕਰ ਰਿਹਾ ਹੈ। ਅਸੀਂ ਸਾਰੇ
PhD ਨੈਟ ਕੁਆਲੀਫਾਈਡ ਸਟਾਫ ਹਾਂ। ਤੁਸੀਂ ਇਹ ਦੱਸੋ ਵੀ ਹੁਣ ਅਸੀਂ 10 ਸਾਲਾਂ ਬਾਅਦ ਕਿੱਥੇ ਦੁਬਾਰਾ ਜੌਬ ਦੀ ਅਪਲਾਈ ਕਰੀਏ? ਇੱਕ ਤਾਂ ਸਾਡੇ ਲਈ ਇਹ ਸਟਰੀਮ ਬੰਦ ਹੋ ਗਈ, ਦੂਸਰਾ BSc ਮੈਡੀਕਲ ਹੈ ਜਿਹੜੀ ਉਹ ਹੈਗੀ ਆ ਗਵਰਨਮੈਂਟ ਦੇ ਅੰਦਰ, ਠੀਕ ਹੈ, ਉਹਦੇ ਵਿੱਚ ਭਰਤੀ ਹੋਊਗੀ ਤਾਂ BPSC ਦੇ ਥਰੂ ਹੋਊਗੀ। ਅਸੀਂ HES ਦੇ ਸਟਾਫ ਮੈਂਬਰ ਹਾਂ, PHEC ਪੰਜਾਬ ਦੀ ਇੱਕ ਸੁਸਾਇਟੀ ਬਣਨੀ ਸੀ, ਉਹ ਬਣੀ ਹੀ ਨਹੀਂ ਹੈਗੀ। ਸੋ ਇਹ ਸਟਾਫ 10 ਸਾਲਾਂ ਦਾ, ਹੁਣ ਜੇ ਆਪ ਸਰਕਾਰ ਤੋਂ ਹੀ ਸਾਨੂੰ ਥੋੜੀ ਉਮੀਦ ਹੈ, ਜੇ ਉਹੀ ਸਾਡੀ ਸਪੋਰਟ ਨਹੀਂ ਕਰਨਗੇ ਤੇ ਫਿਰ ਅਸੀਂ ਕਿਹਦੇ ਕੋਲ ਜਾਵਾਂਗੇ? ਸਰ ਐਟ ਪ੍ਰੈਜ਼ੈਂਟ ਤੁਸੀਂ ਲਾ ਲਓ 6 to 7 ਸਟਾਫ ਮੈਂਬਰਸ ਨੇ, ਇਨਕਲੂਡਿੰਗ ਪਿਓਰ ਐਗਰੀਕਲਚਰ ਤੇ ਜਿਹੜੇ ਸਪੋਰਟਿੰਗ ਸਟੈਟਸ ਤੇ ਇੰਗਲਿਸ਼ ਡਿਪਾਰਟਮੈਂਟਸ ਦੇ ਵਿੱਚੋਂ ਆਉਂਦੇ ਨੇ, ਕਿਉਂਕਿ ਉਹ ਵੀ ਕੋਰਸਿਸ, ਉਹਨਾਂ ਦਾ ਵੀ ਵਰਕਲੋਡ ਇਕਨੋਮਿਕਸ ਦਾ, ਇੰਗਲਿਸ਼ ਦਾ, ਸਟੈਟ ਦਾ, ਉਹ ਸਾਡੇ ਕੋਰਸਿਸ ਦੇ ਨਾਲ ਲੱਗ ਕੇ। ਸਰ ਹਲੇ ਸਾਨੂੰ ਇਹ ਨਹੀਂ ਕਿਹਾ, ਪਰ ਗੱਲ ਇਹ ਹੈ ਵੀ ਹਲੇ ਐਂਟਰੀ ਪੁਆਇੰਟ ਬੰਦ ਹੈ, ਸੋ ਵੀ ਆਰ ਆਲਮੋਸਟ ਫ੍ਰੀ। ਉਹ ਕਹਿ ਚੁੱਕੇ ਨੇ ਕੋਰਸ ਤਾਂ ਬੰਦ ਹੀ ਹੋ ਗਿਆ। ਸਰ ਜੇ BSc ਐਗਰੀਕਲਚਰ 4 ਸਾਲਾਂ ਦੀ ਗੱਲ ਕਰੀਏ ਤਾਂ 400 ਤੋਂ ਲੈ ਕੇ 450 ਸਟੂਡੈਂਟਸ ਸਾਡੇ ਕੋਲ ਪੜ੍ਹਦੇ ਰਹੇ ਹੈ। 100 ਸਟੂਡੈਂਟ ਐਵਰੇਜ ਹਰ ਕਲਾਸ 'ਚ ਹੁੰਦਾ। ਤੇ ਜਣੇ ਆਏ, ਉਹ ਆ ਕੇ ਪੁੱਛ ਕੇ ਗਏ ਕਿ ਤੁਹਾਡੇ ਕੋਲ BSc ਐਗਰੀਕਲਚਰ ਕੋਰਸ ਚੱਲ ਰਿਹਾ, ਅਸੀਂ ਕਿਸੇ ਦੀ ਐਡਮਿਸ਼ਨ ਕਰਾਉਣੀ ਸੀ। ਸਰ ਦੇਖੋ ਪ੍ਰਾਈਵੇਟ ਕਾਲਜਿਸ ਦਾ ਕੀ ਹੈ, ਉਹ ਆਪਣੇ ਜਿਹੜੇ ਰਿਸੋਰਸਿਸ ਨੇ, ਉਹਨਾਂ ਨੂੰ ਜ਼ਮੀਨ ਚਾਹੀਦੀ ਹੈ, ਉਹ ਲੈ ਲੈਣਗੇ, ਹੈ ਨਾ। ਪਰ ਗਵਰਨਮੈਂਟ ਕਾਲਜ ਦੇ ਵਿੱਚ ਤਾਂ ਇਹ ਲਾਅ ਹੀ ਨਹੀਂ ਹੈਗਾ ਕਿ ਗਵਰਨਮੈਂਟ ਕਾਲਜ ਆਪਣੇ ਬੇਸਿਸ ਦੇ ਉੱਪਰ ਕਿਤੋਂ 40 ਕਿੱਲੇ ਜ਼ਮੀਨ ਪੈਸਾ ਹੋਣ ਦੇ ਬਾਵਜੂਦ ਵੀ ਖਰੀਦ ਸਕੇ। ਸਰ ਪੇਂਡੂ ਖੇਤਰ ਦਾ ਇਹ ਹੈ ਕਿ ਦੇਖੋ ਸਰਕਾਰੀ ਕਾਲਜਾਂ 'ਚ ਇਹ ਕੋਰਸ ਚੱਲ ਰਿਹਾ 10,000 ਫੀਸ ਤੋਂ ਲੈ ਕੇ 40,000 ਫੀਸ ਤੱਕ, ਪਰ ਜਿਹੜੇ ਪ੍ਰਾਈਵੇਟ ਨੇ ਉੱਥੇ ਚੱਲ ਰਿਹਾ 70-80 ਹਜ਼ਾਰ ਤੋਂ ਲੈ ਕੇ 1.5 ਲੱਖ ਰੁਪਏ ਫੀਸ ਤੱਕ, ਤੇ ਹਰੇਕ ਬੰਦਾ ਉਹਨਾਂ ਅਫੋਰਡ ਨਹੀਂ ਕਰਦਾ। ਇਹਦੇ